सतनाम श्री वाहिगुरु जी। दोहरा ऊच होत वस बिन ते, अल्प दान ते नीच। वाहिगुरु जी का खालसा, वाहिगुरु जी की फतेह। आओ हुण चनाका राजनीति नामे ग्रंथ दा तुहानू 8वां अध्याय सरवण कराउंदे आ। हे भाई, ऊच होत वस बिन ते, ਉੱਚਾ ਵੱਡਾ ਮਨੁੱਖ ਬੇਨਤੀ ਕਰਨ ਤੋਂ ਅਧੀਨ ਹੋ ਜਾਂਦਾ ਹੈ। ਅਲਪ ਦਾਨ ਦੇ ਨੀਚ, ਅਤੇ ਤੁਛ ਭਾਵ ਥੋੜਾ ਕੁ ਦਾਨ ਦੇਣ ਤੋਂ ਨੀਵਾਂ ਭਾਵ ਕੰਗਾਲ ਮੰਗਤਾ ਮਨੁੱਖ ਵਸ ਹੋ ਜਾਂਦਾ ਹੈ। ਸੂਰ ਭੇਦ ਤੇ ਹੋਤ ਵਸ, ਸੂਰਮਾ ਮਨੁੱਖ ਉਸ ਦੇ ਭੇਦ ਰਾਜ ਗੁਪਤ ਗੱਲ ਪਤਾ ਲੱਗਣ ਤੋਂ ਅਧੀਨ ਹੋ ਜਾਂਦਾ ਹੈ। ਸਮ ਪਰਾਕਰਮ ਦੇ ਵੀਚ, ਅਤੇ ਸਮ ਬਰਾਬਰ ਦਾ ਬਲ ਰੱਖਣ ਵਾਲਾ ਮਨੁੱਖ ਉਤਨੀ ਹੀ ਤਾਕਤ ਨਾਲ ਜਿੱਤ ਲਿਆ ਜਾ ਸਕਦਾ ਹੈ, ਜਾਂ ਬਰਾਬਰ ਦਾ ਬਲ ਪੈਦਾ ਕਰਨ ਨਾਲ ਵਸ ਹੋ ਜਾਂਦਾ ਹੈ। ਅਗਨ ਨ ਤ੍ਰਿਪਤ ਈਂਧਨ। ਇਹ ਭਾਈ, ਜਿਵੇਂ ਅੱਗ ਕਦੇ ਵੀ ਬਾਲਣ ਦੇ ਨਾਲ ਰੱਜਦੀ ਨਹੀਂ ਹੈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਸਿੰਧ ਨ ਸਰਤਨ ਪਾਏ, ਅਤੇ ਸਮੁੰਦਰ ਅਨੇਕਾਂ ਨਦੀਆਂ ਪੈਣ ਨਾਲ ਵੀ ਨਹੀਂ ਰੱਜਦਾ, ਨਹੀਂ ਭਰਦਾ। ਹੁਨਾਰ ਨਾ ਤ੍ਰਿਪਤ ਨਰਨੰਦ। ਜਿਵੇਂ ਖੋਟੀ ਵਿਵਚਾਰਨ ਇਸਤਰੀ ਅਨੇਕਾਂ ਮਨੁੱਖਾਂ ਦੇ ਨਾਲ ਵਿਸ਼ੇ ਵਿਕਾਰ ਭੋਗ ਕੇ ਵੀ ਨਹੀਂ ਰੱਜਦੀ। ਕਾਲ ਨਾ ਸ੍ਰਿਸ਼ਟੈ ਖਾਏ। ਤਿਵੇਂ ਹੀ ਕਾਲ ਸਾਰੀ ਸ੍ਰਿਸ਼ਟੀ ਨੂੰ ਖਾ ਕੇ ਵੀ ਕਦੇ ਰੱਜਦਾ ਨਹੀਂ ਹੈ, ਭਾਵ ਦੁਨੀਆ ਨੂੰ ਮਾਰੀ ਹੀ ਜਾ ਰਿਹਾ ਹੈ। ਮੰਗੇ ਦੇਤ ਨਾ ਵੱਡਾ ਕਸ਼। हे भाई, कोई वड्डा मनुख मंगण तो जेकर कुछ भी ना देना करे तो भी वड्डा कहाए, तां भी वो मनुख अपने आप नूं वड्डा ही कहाउंदा है। दांत कट्टे ते दुर्द की। जिवें दंद कट्टे जाण तो भी हाथी दी वडाई न जाए, कोई महिमा घट नहीं जाती। तिवें जेकर कोई वड्डा मनुख किसी नूं कुछ नाम ही दवे ਤਾਂ ਵੀ ਉਹ ਵੱਡਾ ਹੀ ਰਹਿੰਦਾ ਹੈ, ਉਹਦੀ ਵਡਿਆਈ ਵਿੱਚ ਫਰਕ ਨਹੀਂ ਪੈਂਦਾ। ਵੱਡੋ ਲੱਗੇ ਬੜ ਕਾਜ ਕੋ। ਇਹ ਭਾਈ, ਜੇਕਰ ਕੋਈ ਵੱਡਾ ਮਨੁੱਖ ਕਿਸੇ ਵੱਡੇ ਕੰਮ ਨੂੰ ਕਰਨ ਵਿੱਚ ਲੱਗ ਜਾਂਦਾ ਹੈ, ਜੋ ਨਾ ਹੋਏ ਘਟਾਏ। ਪਰ ਜੇਕਰ ਉਹ ਕੰਮ ਪੂਰਾ ਨਾ ਵੀ ਹੋਵੇ, ਤਦ ਵੀ ਉਸ ਵੱਡੇ ਮਨੁੱਖ ਦਾ ਕੁਝ ਘਟਦਾ ਨਹੀਂ ਹੈ। ਪਰਬਤ ਸੋ ਫਿਰ ਨ ਘਟੈ। ਜਿਵੇਂ ਪਹਾੜ ਨਾਲ ਭਿੜ ਕਰਕੇ ਵੀ, ਭਾਵ ਪਹਾੜ ਵਿੱਚ ਟੱਕਰ ਮਾਰ ਕੇ ਵੀ ਹਾਥੀ ਦਾ ਕੁਝ ਨਹੀਂ ਘਟਦਾ। ਜੋ ਗਜ ਦੰਤ ਤੁਰਾਏ। ਜੇਕਰ ਹਾਥੀ ਆਪਣੇ ਦੰਦ ਵੀ ਭਾਵੇਂ ਤੁੜਾ ਲਵੇ, ਅਰਥਾਤ ਪਹਾੜ ਨਾਲ ਟੱਕਰ ਮਾਰ ਕੇ ਭਾਵੇਂ ਹਾਥੀ ਆਪਣੇ ਦੰਦ ਤੁੜਾ ਵੀ ਲਵੇ, ਤੇ ਪਹਾੜ ਭਾਵੇਂ ਨਾ ਵੀ ਡਿੱਗੇ, ਤਦ ਵੀ ਹਾਥੀ ਦੀ ਵਡਿਆਈ ਵਿੱਚ ਕੋਈ ਫਰਕ ਨਹੀਂ ਪੈਂਦਾ। ਉਸ ਨੂੰ ਸਾਰੇ ਹਾਥੀ ਹੀ ਆਖਦੇ ਨੇ। ਤਿਵੇਂ ਕੋਈ ਵੱਡਾ ਮਨੁੱਖ ਜੇਕਰ ਕਿਸੇ ਵੱਡੇ ਕੰਮ ਨੂੰ ਲੱਗਾ ਹੈ, ਭਾਵੇਂ ਉਹ ਕੰਮ ਪੂਰਾ ਨਾ ਵੀ ਹੋਵੇ, ਤਦ ਵੀ ਉਸ ਦੀ ਵਡਿਆਈ ਵਿੱਚ ਕੋਈ ਫਰਕ ਨਹੀਂ ਪੈਂਦਾ। ਉਸ ਨੂੰ ਸਾਰੇ ਵੱਡਾ ਮਨੁੱਖ ਹੀ ਆਖਦੇ ਹਨ। ਅੰਨ ਪੁੱਤਰੀ ਕੀ ਗਤ ਨਹੀਂ। ਇਹ ਭਾਈ, ਅਨਮਤ ਅਨੁਸਾਰ ਪੁੱਤਰ ਤੋਂ ਹੀਨ ਮਨੁੱਖ ਹੀ ਕਿਤੇ ਵੀ ਪਿਆ ਨਹੀਂ ਹੋ ਸਕਦਾ। ਇਹ ਗੁਰਮਤ ਨਹੀਂ ਹੈ। हिंदू मत ਜਾਂ ਹੋਰ ਮਤ ਹੋਣਗੇ, स्वर्ग बीच न ठौर। गुरमत नहीं है। मैं पहला बेनती की है भी हिंदू मत ਜਾਂ कोई होर मत अनुसार उस नूं स्वर्ग विच भी थां नहीं मिल सकती। ज्यों क्यों सुत उपजाई है। इसलिए जिमें किमें मर्जी करके पुत्र पैदा करो, विआह करावे और भावें होर शादी करवा लवो। ये गुरमत नहीं है। इस सिद्धांत नाल गुरमत सहमत नहीं है। गुरमत विच तां प्रभु दा सिमरन करके ही कल्याण हुंदी है। इस विच भावें कोई विआया होवे, भावें कोई बेहंगम होवे, प्रभु दा नाम सब दी कल्याण करन वाला है। उंज लिखिया भी पुत्ती खंड पवै संसार, वो संसार ही लिखिया, निरंकार नहीं लिखिया। संसार नाल ही खंड पैंदी, निरंकार नाल तां नाम नाल पएगी। ब्रह्म ज्ञान रूपी पुत्र पैदा करने नाल पएगी। भवन सोनियन पुत्र का। हे भाई,
ਪੁੱਤਰ ਤੋਂ ਹੀਨ ਮਨੁੱਖ ਦਾ ਘਰ ਸੁਣਿਆ ਖਾਲੀ ਹੀ ਲੱਗਦਾ ਹੈ। ਬਾਂਧਵ ਬਿਨ ਪਰਦੇਸ਼, ਅਤੇ ਸੰਬੰਧੀਆਂ ਤੋਂ ਬਿਨਾ ਪਰਦੇਸ਼ ਵੀ ਸੁੰਨਸਾਨ ਲੱਗਦਾ ਹੈ। ਹਿਰਦਾ ਸੂਣ ਹੈ ਮੂੜ ਕਾ, ਮੂਰਖ ਮਨੁੱਖ ਦਾ ਹਿਰਦਾ ਸ਼ੁਭ ਗੁਣਾਂ ਤੋਂ ਬਿਨਾ ਹੋਣ ਕਰਕੇ ਖਾਲੀ ਰਹਿੰਦਾ ਹੈ। ਦਾਰਿਦਰੀ ਕਾ ਭੇਸ, ਅਤੇ ਆਲਸੀ ਮਨੁੱਖ ਦਾ ਲਿਬਾਸ ਬੇਕਾਰ ਲੱਗਦਾ ਹੈ। ਸੁਰਖੀ ਬਿੰਦੀ ਲਾ ਕੇ ਕੱਪੜੇ ਕੁਪੜੇ ਪਾ ਕੇ ਜਿੰਨਾ ਮਰਜੀ ਬੰਦਾ ਟੌਰ ਟਪੱਕਾ ਮਾਰ ਕੇ ਤੁਰਿਆ ਫਿਰੇ, ਜੇ ਘਰ ਦੇ ਵਿੱਚ ਸਫਾਈ ਹੋਈ ਨਹੀਂ ਹੈ ਤੇ ਇਸੇ ਤਰ੍ਹਾਂ ਕੋਈ ਕੰਮ ਹੀ ਨਹੀਂ ਕੀਤਾ ਤਾਂ ਫਿਰ ਆਪਦੀ ਤਿਆਰੀ ਦਾ ਕੀ ਫਾਇਦਾ, ਕੋਈ ਲਾਭ ਨਹੀਂ। ਇਸ ਵਾਸਤੇ ਆਲਾ ਦੁਆਲਾ ਵਾਤਾਵਰਨ ਵੀ ਸਵੱਛ ਹੋਣਾ ਚਾਹੀਦਾ। ਕੱਪੜੇ ਤਾਂ ਹੀ ਚੰਗੇ ਲੱਗਦੇ ਨੇ। ਨਿਆਣਿਆਂ ਦੀ ਨਲੀ ਵਗ ਰਹੀ ਹੈ ਤੇ ਆਪ ਬੰਦਾ ਤਿਆਰ ਬੁਰ ਤਿਆਰ ਹੋ ਕੇ ਬੈਠਾ, ਵੇਖਣ ਵਾਲੇ ਨੂੰ ਕੀ ਲੱਗੇਗਾ। ਤੇ ਇਸ ਵਾਸਤੇ ਉਸ ਦਾ ਲਿਬਾਸ ਚੰਗਾ ਧਾਰਿਆ ਵੀ ਬੇਕਾਰ ਹੈ ਜਿਹੜਾ ਆਲਸੀ ਬੰਦਾ ਹੈ। ਅੰਤਰ ਮ੍ਰਿਦ ਬਾਹਰ ਕਠਨ, ਇਹ ਭਾਈ ਉੱਤਮ ਜਿਉ ਨਲੀਏ, ਜਿਵੇਂ ਨਾਰੀਅਲ ਫਲ ਅੰਦਰੋਂ ਬਹੁਤ ਕੋਮਲ ਤੇ ਬਾਹਰੋਂ ਬਹੁਤ ਸਖਤ ਹੁੰਦਾ ਹੈ, ਤਿਵੇਂ ਹੀ ਉੱਤਮ ਸ੍ਰੇਸ਼ਟ ਮਨੁੱਖ ਨੂੰ ਜਾਣਨਾ ਕਰੋ। ਭਾਵ ਸ੍ਰੇਸ਼ਟ ਸੁਭਾਅ ਵਾਲਾ ਮਨੁੱਖ ਬਾਹਰੋਂ ਭਾਵੇਂ ਕਿਸੇ ਕਾਰਨ ਸਖਤ ਬਚਨ ਵੀ ਬੋਲੇ, ਪਰ ਅੰਦਰੋਂ ਨਾਰੀਅਲ ਦੀ ਗਿਰੀ ਵਾਂਗ ਨਰਮ ਦਿਲੀ ਹੁੰਦਾ ਹੈ। ਬਾਹਰ ਮ੍ਰਿਦ ਅੰਤਰ ਕਠਨ, ਜੋ ਬਾਹਰੋਂ ਕੋਮਲ ਬਣੇ ਰਹਿੰਦੇ ਨੇ ਅਤੇ ਅੰਦਰੋਂ ਕਠੋਰ ਸੁਭਾਅ ਦੇ ਹੁੰਦੇ ਨੇ। ਨੀਚ ਪੁਰਖ ਜਿਉ ਬੇਰ, ਉਹ ਨੀਚ ਪੁਰਸ਼ ਬੇਰ ਵਾਂਗ ਹਨ। ਭਾਵ ਜਿਵੇਂ ਬੇਰ ਬਾਹਰੋਂ ਦਾ ਨਰਮ ਹੁੰਦਾ ਹੈ ਪਰ ਅੰਦਰੋਂ ਬੀਜ ਸਖਤ ਹੁੰਦਾ ਹੈ, ਤਿਵੇਂ ਘਟੀਆ ਤੇ ਨੀਚ ਪੁਰਖ ਬਾਹਰੋਂ ਤਾਂ ਬਹੁਤ ਨਿਮਰਤਾ ਦਿਖਾਉਂਦੇ ਨੇ ਪਰ ਦਿਲ ਦੇ ਅੰਦਰੋਂ ਬਹੁਤ ਖੋਟੇ ਹੁੰਦੇ ਨੇ। ਮਹਾਰਾਜ ਦਾ ਬਚਨ ਹੈ ਕਿ ਆਪਣਾ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬਾਹਰ ਗੁੱਦੜ ਤੇ ਭਲੇ ਸੰਸਾਰ, ਬਾਹਰੋਂ ਭਾਵੇਂ ਗਰੀਬੀ ਲਿਬਾਸ ਹੈ ਫਿਰ ਵੀ ਉਹ ਸੰਸਾਰ 'ਚ ਭਲੇ ਪੁਰਸ਼ ਹਨ। ਤੇ ਜਿਨ ਪਟ ਅੰਦਰ ਬਾਹਰ ਗੁੱਦੜ, ਪਟ ਦਾ ਨਾਮ ਹੈ ਰੇਸ਼ਮੀ, ਰੇਸ਼ਮ ਦੇ ਬਸਤਰ ਦੀ ਤਰ੍ਹਾਂ ਜਿਨ੍ਹਾਂ ਦਾ ਹਿਰਦਾ ਬੜਾ ਕੋਮਲ ਪਰਉਪਕਾਰੀ ਦਿਆਲੂ ਹੈ, ਪਰ ਬਾਹਰੋਂ ਗੁੱਦੜ ਬੋਰੀ ਆਦਿਕ ਯਾਨੀ ਸੂਤੀ ਕੱਪੜੇ ਪਾਏ ਹੋਏ ਨੇ ਮੋਟੇ ਮੋਟੇ, ਤੇ ਫਿਰ ਵੀ ਉਹ ਪੁਰਸ਼ ਚੰਗੇ ਹਨ ਜਿਹੜੇ ਅੰਦਰੋਂ ਕੋਮਲ ਨੇ, ਬਾਹਰੋਂ ਭਾਵੇਂ ਕਠਨ ਨੇ। ਤੇ ਪਰ ਜਿਹੜੇ ਨੀਚ ਪੁਰਖ ਨੇ ਬਾਹਰੋਂ ਭਾਵੇਂ ਮਿੱਠਾ ਬੋਲਦੇ ਵੀ ਅੰਦਰੋਂ ਜੇ ਛੁਰੀ ਚਲਾਉਂਦੇ ਨੇ ਦਿਲ ਕਾਤੀ ਗੁੜਵਾਦ ਤਾਂ ਬੁਰੇ ਨੇ। ਸੂਰ ਨਹੀਂ ਵਿਦਿਆ ਨਹੀਂ ਨਹਿ ਪੰਡਤ ਜਿਹ ਤਾਤ, ਇਹ ਭਾਈ ਜਿਸ ਦੀ ਕੁਲ ਵਿੱਚ ਕੋਈ ਸੂਰਮਾ ਨਹੀਂ ਹੈ, ਕੋਈ ਵਿਦਿਆ ਵਾਲਾ ਗੁਣ ਨਹੀਂ ਹੈ, ਤੇ ਜਿਸ ਦੇ ਘਰ ਵਿੱਚ ਕੋਈ ਪੰਡਿਤ ਵਿਦਵਾਨ ਗਿਆਨਵਾਨ ਪੁੱਤਰ ਵੀ ਨਹੀਂ ਹੈ, ਤਿਸ ਕੇ ਕੋਲ ਅੰਧਿਆਰ ਹੈ ਜਿਉ ਮਾਵਸ ਕੀ ਰਾਤ, ਉਸ ਦੇ ਕੋਲ ਵੰਸ਼ ਵਿੱਚੋਂ ਇਸ ਪ੍ਰਕਾਰ ਦਾ ਹਨੇਰਾ ਜਾਣਨਾ ਕਰੋ ਜਿਵੇਂ ਮੱਸਿਆ ਦੀ ਰਾਤ ਨੂੰ ਹਨੇਰਾ ਹੀ ਹਨੇਰਾ ਹੁੰਦਾ ਹੈ। ਇਸ ਲਈ ਆਪਣੇ ਪੁੱਤਰ ਨੂੰ ਕਿਸੇ ਨਾ ਕਿਸੇ ਪ੍ਰਕਾਰ ਦਾ ਗੁਣਵਾਨ ਬਣਾਉਣਾ ਯੋਗ ਹੈ। ਦਿਨ ਕਾ ਦੀਪਕ ਸੂਰ ਹੈ, ਇਹ ਭਾਈ ਜਿਵੇਂ ਦਿਨ ਦਾ ਦੀਵਾ ਸੂਰਜ ਹੈ, ਨਿਸ ਕਾ ਦੀਪਕ ਚੰਦ, ਅਤੇ ਰਾਤ ਦਾ ਦੀਵਾ ਚੰਦਰਮਾ ਹੈ। ਦੀਪਕ ਧਰਮ ਲੋਕ ਕਾ, ਤਿਵੇਂ ਤਿੰਨਾਂ ਲੋਕਾਂ ਦਾ ਦੀਵਾ ਧਰਮ ਹੈ। ਕੁਲ ਕਾ ਦੀਪ ਸੁਨੰਦ, ਅਤੇ ਆਪਣੀ ਕੁਲ ਦਾ ਦੀਵਾ ਸ੍ਰੇਸ਼ਟ ਪੁੱਤਰ ਹੈ। ਸਿੰਘਣ ਕਾ ਸੁਤ ਏਕ ਹੈ, ਇਹ ਭਾਈ ਸ਼ੇਰਨੀ ਦੇ ਕੋਲ ਭਾਵੇਂ ਇੱਕੋ ਹੀ ਪੁੱਤਰ ਹੋਵੇ, ਉਹ ਸਾਰੇ ਜੰਗਲ ਦਾ ਰਾਜਾ ਹੁੰਦਾ ਹੈ। ਸੁਖ ਸੋਵਤ ਬਹੁ ਨੀਠ, ਅਤੇ ਉਹ ਸ਼ੇਰਨੀ ਦਾ ਪੁੱਤ ਸ਼ਾਂਤੀ ਆਰਾਮ ਦੀ ਗੂੜੀ ਨੀਂਦ ਸੌਂਦਾ, ਭਾਵ ਖੜਕੇ ਨਾਲ ਘਬਰਾ ਕੇ ਉੱਠਦਾ ਨਹੀਂ ਹੈ। ਜਿਵੇਂ ਕੁੱਤਾ ਥੋੜੇ ਜਿਹੇ ਖੜਕੇ ਨਾਲ ਘਬਰਾ ਕੇ ਉੱਠ ਪੈਂਦਾ, ਤੇ ਸ਼ੇਰ ਦੀ ਨੀਂਦ ਬੇਫਿਕਰੀ ਦੀ ਨੀਂਦ ਹੁੰਦੀ ਹੈ। ਇਹ ਪ੍ਰਤੱਖ ਦੇਖਿਆ ਗਿਆ ਹੈ। ਗਧ ਹੀ ਕੇ ਸੁਤ ਬਹੁਤ ਹੈ, ਪਰ ਖੋਤੀ ਦੇ ਅਨੇਕਾਂ ਪੁੱਤਰ ਹੁੰਦੇ ਨੇ, ਉਹ ਹੁੰਦੇ ਖੋਤੇ ਹੀ ਨੇ। ਭਾਰ ਉਠਾਵਤ ਪੀਠ, ਉਹਨਾਂ ਪੁੱਤਰਾਂ ਦੇ ਹੁੰਦਿਆਂ ਵੀ ਉਹ ਗਧੀ ਤੇ ਗਧਾ ਆਪਣੀ ਪਿੱਠ ਤੇ ਭਾਰ ਹੀ ਉਠਾਉਂਦੇ ਨੇ, ਕੋਈ ਉਹਨਾਂ ਨੂੰ ਸੁੱਖ ਨਹੀਂ ਹੁੰਦਾ।
ते उन्हां दे पुत्र गधे भी भार ही चुकते रहिंदे ने। अगे इसे दोरे दा दृष्टांत दे के स्पष्ट करते ने, जिस ते कुल सुख पावही एको भलो सपूत। हे भाई, बहुते पुत जम्मण दे नालों जिस द्वारा सारी वंश ही सुख प्राप्त करे, ओहो जिहा श्रेष्ठ पुत्र एक ही चंगा है। जिवें पंज प्याले पंज पीर, छठम वीर बैठा गुर भारी। अर्जन काया पलट कै मूरत हर गोबिंद सवारी। चली पीढ़ी सोडियां रूप दिखावण वारो वारी। दल भंजन गुर सूरमा वड योधा बहु पर उपकारी। वड्डे योधे श्री गुरु हरगोबिंद साहब छेवें पातशाह मीरी पीरी दे मालक बाबा बुढ़ा साहब जी दे वर नाल माता गंगा जी दे गृह विखे प्रगट होए। आख्या माता जी पुੱਤ ਤਾਂ ਹੋਊਗਾ ਇੱਕ ਹੀ, ਤੇ ਪਰ ਉਹ ਜਿਵੇਂ ਗੰਢਾ ਮੁੱਕੀ ਮਾਰ ਕੇ ਭੰਨੀ ਦਾ ਇਸ ਤਰ੍ਹਾਂ ਦੁਸ਼ਟਾਂ ਦੇ ਸਿਰ ਭੰਨਿਆ ਕਰੂਗਾ। ਉਹਦੀ ਤਲਵਾਰ ਜਿਵੇਂ ਬਿਜਲੀ ਲਿਸ਼ਕਦੀ ਹੈ ਇਸ ਤਰ੍ਹਾਂ ਲਿਸ਼ਕਾਰੇ ਮਾਰੂਗੀ। ਉਹਦੀ ਆਵਾਜ਼ ਜਿਸ ਤਰ੍ਹਾਂ ਬੱਦਲ ਗਰਜੇ ਇਸ ਤਰ੍ਹਾਂ ਗਰਜ ਵੀ ਹੋਊਗੀ। ਦੁਨੀਆ ਥਰ ਥਰ ਕੰਬੂ ਜਿੱਥੇ ਪੈਰ ਰੱਖੂਗਾ। ਉਹ ਸੱਚਮੁੱਚ ਹੀ ਮਹਾਰਾਜ ਨੇ ਦੁਨੀਆ ਬਦਲ ਕੇ ਰੱਖ ਦਿੱਤੀ। 800 ਸਾਲ ਦੀ ਹਿੰਦੁਸਤਾਨ ਦੀ ਧਰਤੀ ਜਿਹੜੀ ਗੁਲਾਮ ਚੱਲੀ ਆਉਂਦੀ ਸੀ ਉਹਨੂੰ ਆਜ਼ਾਦ ਕਰਾਇਆ। ਫਿਰ ਹੋਰ ਵੀ ਉੱਠ ਸੀ ਮਰਦ ਦਾ ਚੇਲਾ। ਮਰਦ ਦਾ ਚੇਲਾ ਇੱਕੋ ਹੀ ਹੋਇਆ ਭਾਵੇਂ 30-35 ਸਾਲਾਂ ਬਾਅਦ ਸ਼ਾਦੀ ਹੋਈ ਨੂੰ ਬੜਾ ਲੰਬਾ ਸਮਾਂ ਹੋ ਗਿਆ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਗ੍ਰਹਿ ਵਿਖੇ श्री गुरु गोबिंद सिंह साहब जी वह प्रगट्यो मर्द अगम्मड़ा वरियाम अकेला। वाहु वाहु गोबिंद सिंह आपे गुरचेला। फड़ के उन्हें धुम्मां पा दित्तियां तलवार दे नाल। दुष्टां दे इहो जिहे आहू लाए अजे तक कोई याद करदे ने हिंदुस्तान दी आज़ादी दा। मुੱਢ जे बन्निया तां छेवें पातशाह गुरु हरगोबिंद साहब ने अरे गुरु गोबिंद सिंह महाराज ने साध संगत जी आजाद करवाया ते खालसा पंथ प्रगट करके सदा लई ये आजाद हस्ती कायम कर देती। तो पुੱਤ भावें एक ही है वही चंगा। दे सोग संताप जो बहुते बुरे कपूत। ਜਿਹੜੇ हमेशा गम ते दुख ही देना करन ਉਹ जे बहुते खोटे पुत्र भैड़े ही ने। अर्थात जिस पुत्र दे जन्म ते माता पिता आदਿਕ सारी कुल विच सुख हो जावे, अजिहा एक पुत्र ही चंगा है। ਅਤੇ ਖੋਟੇ ਪੁੱਤਰ ਦੇ ਜਨਮ ਤੇ ਸੋਗ ਸੰਤਾਪ ਦੁੱਖ ਕਲੇਸ਼ ਹੋਣ ਉਹ ਬਹੁਤੇ ਪੁੱਤਰ ਵੀ ਕਿਸੇ ਕੰਮ ਨਹੀਂ ਹਨ। ਇਸ਼ਟ ਮਿੱਤਰ ਬਾਂਧਵ ਸਕਲ ਔਰ ਹਿਤੂ ਜੋ ਆਹੇ। हे ਭਾਈ, ਇਸ਼ਟ ਪਿਆਰਾ ਮਿੱਤਰ ਦੋਸਤ ਸਕਲ ਸਾਰੇ ਬਾਂਧਵ ਸੰਬੰਧੀ ਅਤੇ ਹੋਰ ਵੀ ਜਿਹੜੇ ਲੋਕ ਹਿਤ ਪ੍ਰੇਮ ਕਰਨ ਵਾਲੇ ਹਨ। जिह जीवत ते जीए धन जन्म है ताह। जिस मनुख दे जिउंदिया इतने उपर कथन कीते जिउंदे रहिंदे होण भाव सुखी वसदे होण तां उसदा जन्म इस संसार विच धनता योग है। पस भी अपना पेट भर खावत है जग माहे। हे भाई, पशु भी अपना ढिड भर के इस संसार दे विच चारा आदि खा लैंदे हन। जन्म सफल है तिनों का जो खवाए कै खाहे। पर तिन्हां मनुखां दा जन्म ही सफला है जिहड़े किसी गरीब लोड़वंद नूं खवा के फिर आप खांदे हन। जो धर्मी गुणवान है ते जीवत जग माहे। हे भाई, जिहड़े मनुख अपने धर्म दे विच परपक्क अते शुभ गुणां दे सहित हन ਉਹੀ इस जगत विच असली जीवन जिउंदे ने ਜਾਂ सदा ही जिउंदे रहिंदे ने। यथा नाम रहियो साधु रहियो गुरु गोबिंद। कहो नानक हे जगत में किन जपियो गुरमंत। सो अफल जन्म जगत नूं का। पर तिन्हां मनुखां दा जन्म इस जगत संसार विच निष्फल व्यर्थ ही है। जहाँ धर्म गुण नाहि, जिन्हां दे हिरदे अंदर धर्म अते शुभ गुण नहीं हन। बाणी जिनकी रसवती सती सुंदरी तीय। हे भाई, जिन्हां दी बोली बहुत रस मिठास दे सहित है
जो सतप्रदगी ਅਤੇ बहुत सुंदर ਸਰੂਪ वाली है, ऐसी इस्त्री जिस दे घर विच है, जिस दी बोली भी बड़ी मिठास दे सहित है ते सच बोलदी है, सुंदरी भी। ਇਹੋ जी इस्त्री जिस दे घर विच है, भागवती जे लक्ष्मी सफल जन्म ते जी। भागां दे नाल जिस दे घर विच लक्ष्मी धन दौलत भी है, उस जीव का जन्म भी इस जगत विच सफला है। पर जस की पावक विखै, हे भाई पराए श्रेष्ठ मनुखां दे जस दी अग्नि विच भस्म होत है नीच। नीच पुरख स्वाह हुंदे रहिंदे हन, तां ते निंदिया करत है। तिस करके वो नीच मनुख निंदिया अपकीर्ति करते रहिंदे हन। पर अपजस के कीच अते हमेशा पराई अपकीर्ति दे चिक्कड़ विच ही फसे रहिंदे हन, भाव सदा निंदिया ही करते रहिंदे ने। तरंगों ने जीते नगर, हे भाई घोड़ियां ने नगरां नूं जित लिया है। गंधर्वों ने वेद, भाव घोड़े तुर तुर के पैंडे मुका के उत्थे पुजण दे दुख नूं जित लैंदे ने। या घोड़ियां दी सहायता नाल एक राजे ने दूसरे राजे दे अनेका नगर जिते ने। जिस कोल घोड़सवार सूरमे लड़ाके जवान हुंदे ने, वो जंगी घोड़ियां द्वारा नगरां दे नगर जित लैंदे ने। इस तरह इन्हां दे नगरां नूं जित्तिया। अते गंधर्वों ने वेद, स्वर्ग दे रागी गवैयां ने राग विद्या द्वारा वेदां नूं गा गा के जित लिया है। पर नारी कुल नार को जा माता सुत खेद। पराई इस्त्री दे प्यार नूं कुलवंती पतवरता इस्त्री जित लैंदी है। पावो तन मन नाल अपने पति की सेवा करदी है, जिस करके उसका पति सहजे ही पराई इस्त्री दे प्रेम लो हट जाता है। अते जवाई अपने सस सहुरे दे घर विच पुत्र ना होण दे दुख नूं जित लैंदा है। भाव अपनी लायकी अते आग्याकारी गुण द्वारा सस सहुरे नूं पुत्रां वाला सुख दिंदा है। अग्निहोत्र फल वेद है, हे भाई वेद पढ़न का फल यह है कि जो नित ही मंत्रां दे सहित अग दे विच आहुति पाउणी। यह रीत वेद पाठी वास्ते कथन कीती है, साडे लई नहीं है। साडे लई तां बाणी पढ़ी दा फल वो है जिहड़ी जबानी याद करके नितनेम करना है जां सहज पाठ रखी रखना। बरतशील फल आहे ਅਤੇ ਬੱਚਿਆਂ ਨੂੰ ਪੜਾਉਣਾ, ਪਰਉਪਕਾਰ ਕਰਨਾ। ਸੋ ਸਾਰੇ ਲੋਕਾਂ ਵਾਸਤੇ ਇਹ ਨਿਯਮ ਨਹੀਂ ਹੈ। ਤੇ ਵਰਤ ਨਿਯਮ ਰੱਖਣ ਦਾ ਫਲ ਨਿਮਰਤਾ ਵਾਲਾ ਸੁਭਾਅ ਰੱਖਣਾ ਹੈ। ਭੋਗ ਦਾਨ ਕੇ ਫਲ ਕਹੇ, ਦਾਨ ਕਰਨ ਦੇ ਪਦਾਰਥ ਆਦਿਕ ਫਲ ਆਖੇ ਨੇ। ਰਤ ਫਲ ਸੰਤਤ ਚਾਹੇ, ਅਤੇ ਇਸਤਰੀ ਨਾਲ ਰੀਤੀ ਦਾ ਫਲ ਸੰਤਾਨ ਧੀਆਂ ਪੁੱਤਰ ਦੀ ਇੱਛਾ ਹੁੰਦੀ ਹੈ। श्री राजनीति चनाका नाम अष्टमो अध्याय। श्रोमणी राजनीति चनाका नामी ग्रंथ दे 8वें अध्याय दी इत्थे इति समाप्ति हुंदी है। फतेह बुलाओ जी। वाहिगुरु जी का खालसा, वाहिगुरु जी की